मेरे परिवार ने बिल्कुल शहादतां दित्तियां ने, इहदे च कोई दो रावां नहीं हैगियां। पर मैं जे इस गल नूं क्लीयर करां तां उस वेले मेरी उम्र बहुत छोटी सी। बिलोंग करदी हां, इहदे च मेरा तां कोई कसूर नहीं। मैनूं पॉइंट ते आउण दो ना। उस परिवार नूं बिलोंग करदी हां जिहदे च रब दी मर्जी सी, मेरा कोई कसूर नहीं। उस टाइम मेरी उम्र बहुत छोटी सी। पहली गल तां पंजाब दे विच दुखांत वापरिया, कोई ऐसा नहीं चाहुंदा सीगा कि वो दुखांत पंजाब दे विच वापर गया, पर अनफॉर्चुनेटली वापर गया, जिहदी जवाबदेही अज किसी कोल भी नहीं शायद। पर जे तुसी उस कड़ी दे नाल अज मैनूं जोड़ो तां मेरे ख्याल दे नाल बिल्कुल गलत आ, क्योंकि लोगों ने मैनूं अज एक उस पोस्ट ते बिठाया जिथे 1.5 लाख लोगों की मैं नुमाइंदगी करती हूँ, तो मेरा कोई राइट नहीं बनता कि मैं लोगों दे विच वैर विरोध ते आपस दे विच लड़ाइयां करां। आप विधायिका बलजिंदर कौर दे जथेदार हरप्रीत सिंह दी खालिस्तान वाली मंग ਅਤੇ ਬਲਜਿੰਦਰ कौर ਦੇ ਪਰਿਵਾਰਕ ਪਿਛੋਕੜ ਖਾਲਿਸਤਾਨੀ ਹੋਣ ਤੇ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਅਜਿਹਾ ਬਿਆਨ ਦੇ ਦਿੱਤਾ ਜਿਸ ਨਾਲ ਹੁਣ ਉਹ ਵਿਵਾਦਾਂ ਵਿੱਚ ਘਿਰ ਗਏ ਨੇ, ਜਿਸ ਨੂੰ ਲੈ ਕੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਵੀ ਬਲਜਿੰਦਰ ਕੌਰ ਸਮੇਤ ਪੰਜਾਬ ਦੇ ਸਾਰੇ ਲੀਡਰਾਂ ਨੂੰ ਇਸ ਮੁੱਦੇ ਤੇ ਬਾਅਦ ਦਲੀਲ ਗੱਲ ਕਰਨ ਅਤੇ ਇਨਸਾਫ ਮੰਗਣ ਦੀ ਅਪੀਲ ਕੀਤੀ ਹੈ। ਨਾਲ ਹੀ ਉਹਨਾਂ ਪੰਜਾਬ ਲਈ ਖੇਤਰੀ ਪਾਰਟੀ ਦੀ ਲੋੜ ਤੇ ਵੀ ਜ਼ੋਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨਾਲ ਹੋਏ ਅਤੇ ਹੋ ਰਹੇ ਧੱਕੇ ਦੇ ਖਿਲਾਫ ਆਵਾਜ਼ ਚੁੱਕਣ ਦੇ ਲਈ ਖੇਤਰੀ ਪਾਰਟੀ ਹੀ ਦਮ ਰੱਖ ਸਕਦੀ ਹੈ। ਪਿਛਲੇ ਦਿਨੀ ਦਰਬਾਰ ਸਾਹਿਬ ਵਿਖੇ ਅਕਾਲ ਤਖਤ ਸਾਹਿਬ ਵਿਖੇ 6 ਜੂਨ ਨੂੰ ਜਿਹੜੇ ਸਮਾਗਮ ਹੋਏ ਹਰ ਸਾਲ ਦੀ ਤਰ੍ਹਾਂ ਦੇ ਜੋ ਹਮਲਾ ਹੋਇਆ ਸੀ 1984 ਉਸ ਨੂੰ ਲੈ ਕੇ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੀ ਮੈਂ ਤਕਰੀਰ ਸੁਣੀ ਆ। ਬਹੁਤ ਬਾਦਲੀਲ ਉਹਨਾਂ ਦੀ ਤਕਰੀਰ ਸੀਗੀ ਔਰ ਉਹਨਾਂ ਦਾ ਜਿਹੜਾ ਪੱਤਰਕਾਰਾਂ ਦੇ ਨਾਲ ਜਿਹੜੀ ਸੀਗੀ ਇੰਟਰੋਡਕਸ਼ਨ ਤੇ ਗੱਲਬਾਤ ਸੀ ਉਹ ਵੀ ਮੈਂ ਸੁਣੀ। ਪੱਤਰਕਾਰ ਉਹਨਾਂ ਨੂੰ ਦੁਬਾਰਾ ਪੁੱਛ ਰਹੇ ਸੀ ਕੁਝ ਪੱਤਰਕਾਰ ਕਿ ਖਾਲਿਸਤਾਨ ਬਾਰੇ ਤੁਹਾਡਾ ਕੀ ਵਿਚਾਰ ਹੈ, ਖਾਲਿਸਤਾਨ ਬਾਰੇ ਤੁਹਾਡਾ ਕੀ ਵਿਚਾਰ ਹੈ, ਖਾਲਿਸਤਾਨ ਬਾਰੇ ਕੀ ਤੁਹਾਡਾ ਵਿਚਾਰ ਹੈ। ਤਾਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਨੇ ਕਿਹਾ ਕਿ ਅਗਰ ਸਾਨੂੰ ਭਾਰਤ ਦੀ ਸਰਕਾਰ ਖਾਲਿਸਤਾਨ ਦੇ ਦੇਵੇਗੀ ਤੇ ਅਸੀਂ ਲੈ ਲਾਂਗੇ। ਇਸ ਗੱਲ ਦੇ ਉੱਤੇ ਫਿਰ ਬਹੁਤ ਬਵਾਲ ਉੱਠਿਆ, ਬਹੁਤ ਸਾਰੇ ਟੈਲੀਵਿਜ਼ਨ ਸਟੂਡੀਓਜ਼ ਵਿੱਚ ਡਿਬੇਟਸ ਡਿਸਕਸ਼ਨਸ ਹੋਏ ਔਰ ਮੈਂ ਕੁਝ ਦਿਨਾਂ ਤੋਂ ਦੇਖ ਰਿਹਾ ਸੀਗਾ ਕਿ ਜਿਹੜੇ ਪੰਜਾਬ ਦੇ ਆਗੂ ਨੇ ਉਹ ਜਦੋਂ ਖਾਲਿਸਤਾਨ ਦਾ ਜ਼ਿਕਰ ਹੁੰਦਾ ਬਹੁਤ ਡਰਦੇ ਨੇ, ਬਹੁਤ ਘਬਰਾਉਂਦੇ ਨੇ ਔਰ ਬੜਾ ਬੇਤੁਕੀਆਂ ਦਲੀਲਾਂ ਤੇ ਬੜੇ ਆਪ ਹੁਦਰੇ ਬਿਆਨ ਦਿੰਦੇ ਨੇ ਘਬਰਾਹਟ ਵਿੱਚ ਆਣ ਕੇ, ਕਿਉਂਕਿ ਜਦੋਂ ਤੁਸੀਂ ਮਨ ਤੋਂ ਸੱਚੀ ਗੱਲ ਨਹੀਂ ਕਹਿ ਰਹੇ, ਬਨੌਟੀ ਗੱਲ ਕਹਿੰਦੇ ਹੋ ਤਾਂ ਤੁਸੀਂ ਕਿਤੇ ਨਾ ਕਿਤੇ ਧੋਖਾ ਖਾਓਗੇ। ਮੈਂ ਖਾਲਿਸਤਾਨ ਦਾ ਹਮਾਇਤੀ ਨਹੀਂ ਗਾ, ਮੈਂ ਕੋਈ ਖਾਲਿਸਤਾਨ ਦੀ ਸਪੋਰਟ ਨਹੀਂ ਕਰਦਾ, ਪਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਨੇ ਦਲੀਲ ਦਿੱਤੀ, ਇੱਕ ਵਿਤਕਰੇ ਦੀ ਦਾਸਤਾਨ ਗਣਾਈ ਉਹਨਾਂ ਨੇ ਪੂਰੀ, ਕਿਸ ਤਰ੍ਹਾਂ ਜਿਹੜੇ ਸਿੱਖ ਸੀਗੇ ਪੰਜਾਬੀ, ਸਭ ਤੋਂ ਵੱਡਾ ਖਮਿਆਜ਼ਾ ਉਹਨਾਂ ਨੇ ਜਿਹੜਾ ਪਾਕਿਸਤਾਨ ਤੇ ਭਾਰਤ ਦਾ ਬਟਵਾਰਾ ਹੋਇਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਨੇ ਤੇ ਪੰਜਾਬੀਆਂ ਨੇ ਉਠਾਇਆ। ਜਾਇਦਾਦਾਂ ਉੱਜੜ ਗਈਆਂ, ਕਤਲੋ ਗਾਰਤ ਹੋਈ, ਲਾਸ਼ਾਂ ਡਿੱਗੀਆਂ ਔਰ ਬਹੁਤ ਵੱਡੀ ਤਾਦਾਦ ਵਿੱਚ, ਸ਼ਾਇਦ ਐਡਾ ਵੱਡਾ ਹੋਲੋਕੌਸਟ ਕਦੀ ਆਮ ਇਤਿਹਾਸ ਵਿੱਚ ਨਹੀਂ ਦੇਖਣ ਨੂੰ ਮਿਲਿਆ। ਪਰ ਉਹਨਾਂ ਨੇ ਭਾਰਤ ਦਾ ਸਾਥ ਦੇਣ ਦਾ ਨਿਰਣੇ ਲਿਆ ਔਰ ਇਸ ਤੋਂ ਪਹਿਲਾਂ ਜਦੋਂ ਅੰਗਰੇਜ਼ਾਂ ਦੇ ਨਾਲ ਲੜਾਈ ਚੱਲ ਰਹੀ ਸੀ ਤਾਂ ਇਹਦੇ 'ਚ ਕੋਈ ਅਤਕਥਨੀ ਨਹੀਂ ਗਈ ਕਿ ਸਭ ਤੋਂ ਵੱਡਾ ਯੋਗਦਾਨ ਵੀ ਉਸ ਵਕਤ ਬਹਾਦਰ ਪੰਜਾਬੀਆਂ ਤੇ ਸਿੱਖਾਂ ਨੇ ਪਾਇਆ। ਆਪਾਂ ਭਗਤ ਸਿੰਘ ਹੋਣਾ ਦੀ, ਸੁਖਦੇਵ ਰਾਜਗੁਰੂ ਦੀ ਗੱਲ ਜਾਣਦੇ ਹਾਂ, ਕਰਨੈਲ ਸਿੰਘ ਈਸੂਰੀ ਦੀ ਕੁਰਬਾਨੀ ਜਾਣਦੇ ਹਾਂ, ਕਿੱਥੇ ਗੋਆ। ਇਸ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਜ਼ਿਆਦਾ ਫਾਂਸੀਆਂ ਦੇ ਰੱਸੇ ਸਿੱਖਾਂ ਨੇ ਤੇ ਪੰਜਾਬੀਆਂ ਨੇ ਚੁੰਮੇ, ਦੂਰ ਦਰਾਡੇ ਕਾਲੇ ਪਾਣੀ ਦੀਆਂ ਕੈਦਾਂ ਕੱਟੀਆਂ, ਭਾਰਤ ਆਜ਼ਾਦ ਹੋ ਗਿਆ। ਸਾਰੇ ਸੂਬਿਆਂ ਨੂੰ, ਇਹ ਗਿਆਨੀ ਜੀ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ, ਸਾਰੇ ਸੂਬਿਆਂ ਨੂੰ ਆਪਣੀ ਭਾਸ਼ਾ ਦੇ ਆਧਾਰ ਦੇ ਉੱਤੇ ਸੂਬੇ ਬਣਾਉਣ ਦਾ ਅਧਿਕਾਰ ਮਿਲ ਗਿਆ, ਚਾਹੇ ਉਹ ਤਾਮਿਲਨਾਡੂ ਸੀ, ਚਾਹੇ ਉਹ ਕੇਰਲਾ ਸੀ, ਚਾਹੇ ਉਹ ਆਂਧਰਾ ਪ੍ਰਦੇਸ਼ ਸੀ। ਪੰਜਾਬ ਨੂੰ ਪੰਜਾਬੀ ਜ਼ੁਬਾਨ ਦੇ ਆਧਾਰ ਦੇ ਉੱਤੇ ਆਪਣਾ ਸੂਬਾ ਨਹੀਂ ਬਣਾਉਣ ਦਿੱਤਾ। ਫਿਰ ਸਾਡੇ ਪੁਰਖਿਆਂ ਨੇ ਮੋਰਚਾ ਲਾਉਣਾ ਪਿਆ, ਜਦੋਜਹਿਦ ਕਰਨੀ ਪਈ, ਕੁਰਬਾਨੀਆਂ ਦੇਣੀਆਂ ਪਈਆਂ, ਬਹੁਤ ਮੁਸ਼ਕਿਲ ਦੇ ਨਾਲ 1966 ਦੇ ਵਿੱਚ ਅੱਜ ਜਿਹੜਾ ਪੰਜਾਬ ਜਿਸ ਸ਼ਕਲ ਵਿੱਚ ਉਹ ਸਾਨੂੰ ਪੰਜਾਬ ਮਿਲਿਆ, ਪਰ ਮਿਲਿਆ ਲੰਗੜਾ ਲੂਲਾ। ਸਾਡੀ ਰਾਜਧਾਨੀ ਚੰਡੀਗੜ੍ਹ ਸਾਡੇ ਤੋਂ ਬਾਹਰ ਕਰ ਦਿੱਤੀ ਗਈ।
ਜਿਸ ਹਰਿਆਣੇ ਨੇ ਕੋਈ ਜਦੋਜਹਿਦ ਨਹੀਂ ਕੀਤੀ, ਕੋਈ ਮੰਗ ਨਹੀਂ ਕੀਤੀ ਸੂਬੇ ਦੀ, ਉਹਨਾਂ ਨੂੰ ਆਟੋਮੈਟਿਕਲੀ ਸੂਬਾ ਮਿਲ ਗਿਆ। ਜਿਸ ਹਿਮਾਚਲ ਪ੍ਰਦੇਸ਼ ਨੇ ਕਦੀ ਸਟੇਟ ਦੀ ਮੰਗ ਨਹੀਂ ਕੀਤੀ, ਉਹਨਾਂ ਨੂੰ ਸ਼ਿਮਲੇ ਦੀ ਰਾਜਧਾਨੀ ਵੀ ਮਿਲ ਗਈ ਤੇ ਉਹਨਾਂ ਨੂੰ ਸੂਬਾ ਵੀ ਮਿਲ ਗਿਆ। ਸਾਡੀ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ। ਔਰ ਇੱਥੇ ਹੀ ਬਸ ਨਹੀਂ, ਛੇਤੀ ਉਸ ਵਕਤ ਦੀ ਭਾਰਤ ਦੀ ਸਰਕਾਰ ਨੇ ਯੂਨੀਲੈਟਰਲੀ ਪਾਣੀਆਂ ਦਾ ਅਵਾਰਡ ਕਰ ਦਿੱਤਾ। ਸਾਡੇ ਦਰਿਆਈ ਪਾਣੀ ਜਿਹੜੇ ਇੰਟਰਨੈਸ਼ਨਲ ਰਾਈਪੇਰੀਅਨ ਲਾਜ਼ ਨੂੰ ਛਿੱਕੇ ਤੇ ਟੰਗ ਕੇ ਉਹ ਸਾਰੇ ਪਾਣੀ ਚੱਕ ਕੇ ਬਹੁਤ ਵੱਡੀ ਤਾਦਾਦ 'ਚ ਮਿਲੀਅਨ ਏਕੜ ਫੁੱਟਾਂ ਦੇ ਵਿੱਚ MAF ਦੇ ਵਿੱਚ ਰਾਜਸਥਾਨ ਨੂੰ ਦੇ ਦਿੱਤੇ, ਹਰਿਆਣੇ ਨੂੰ ਦੇ ਦਿੱਤੇ, ਦਿੱਲੀ ਨੂੰ ਦੇ ਦਿੱਤੇ। ਇਹ ਕੋਈ ਛੋਟਾ ਵਿਤਕਰਾ ਨਹੀਂ ਸੀਗਾ। ਇਹ ਸਾਨੂੰ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਸਤੇ ਤੇ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਵਿੱਚ ਆਉਣ ਵਾਸਤੇ ਤੇ ਇਸ ਦੇਸ਼ ਦਾ ਸਾਥ ਦੇਣ ਵਾਸਤੇ, ਇਹਦਾ ਭਵਿੱਖ ਬਣਾਉਣ ਵਾਸਤੇ ਸਾਨੂੰ ਪਹਿਲਾ ਤੋਹਫਾ ਦਿੱਤਾ ਗਿਆ। ਪਰ ਸਿੱਖ ਤੇ ਬਹਾਦਰ ਪੰਜਾਬੀ ਕਦੀ ਪਿੱਛੇ ਨਹੀਂ ਹਟੇ। ਚਾਹੇ ਉਹ 71 ਦੀ ਜੰਗ ਸੀ ਪਾਕਿਸਤਾਨ ਦੇ ਨਾਲ, ਚਾਹੇ ਉਹ ਚੀਨ ਦੇ ਨਾਲ ਜੰਗ ਸੀ, ਚਾਹੇ ਹੁਣ ਤਾਜ਼ੀਆਂ ਕਾਰਗਿਲ ਦੀਆਂ ਜੰਗਾਂ ਸੀ, ਸਭ ਤੋਂ ਜ਼ਿਆਦਾ ਫਿਰ ਮੋਰੇ ਹੋ ਕੇ ਪੰਜਾਬੀਆਂ ਨੇ ਲੜਾਈਆਂ ਲੜੀਆਂ। ਔਰ ਫਿਰ ਉਹਨਾਂ ਦੇ ਹੀ ਜਿਹੜੇ ਸਰੀਰ ਸੀਗੇ ਖਫਨਾਂ ਦੇ ਵਿੱਚ ਉਹਨਾਂ ਦੇ ਪਿੰਡਾਂ ਵਿੱਚ ਪਹੁੰਚੇ, ਪਰ ਫਿਰ ਵੀ ਉਹ ਪਿੱਛੇ ਨਹੀਂ ਹਟੇ। ਪਾਣੀਆਂ ਦੇ ਇਸ ਕਾਣੀ ਵੰਡ ਤੋਂ ਬਾਅਦ, ਇਸ ਵਿਤਕਰੇ ਤੋਂ ਬਾਅਦ ਫਿਰ ਦਰਬਾਰ ਸਾਹਿਬ ਤੇ ਜਿਹੜਾ 1984 'ਚ ਹਮਲਾ ਹੋਇਆ, ਉਹ ਐਕਸੈਸਿਵ ਯੂਜ਼ ਆਫ ਫੋਰਸ ਸੀ। ਸਾਰੀ ਸਰਕਾਰ ਨੂੰ ਪਤਾ ਸੀਗਾ ਕਿ ਉਦੋਂ ਸ਼ਹੀਦੀ ਪੁਰਬ ਚੱਲ ਰਹੇ ਨੇ, ਬਹੁਤ ਵੱਡੀ ਤਾਦਾਦ ਦੇ ਵਿੱਚ ਸ਼ਰਧਾਲੂ, ਸਾਰੇ ਔਰਤਾਂ, ਬੱਚੇ, ਬਜ਼ੁਰਗ ਦਰਬਾਰ ਸਾਹਿਬ ਦੇ ਅੰਦਰ। ਹਫਤਾ ਵੇਟ ਵੀ ਕਰ ਸਕਦੀ ਸੀ ਸਰਕਾਰ, ਲੇਕਿਨ ਸ਼ਾਇਦ ਐਂ ਲੱਗਦਾ ਕਿ ਉਹਨਾਂ ਨੇ ਉਹੀ ਦਿਨ ਚੁਣੇ ਔਰ ਇੱਕ ਬਹੁਤ ਵੱਡਾ ਤੋਪਾਂ ਤੇ ਟੈਂਕਾਂ ਦੇ ਨਾਲ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ। ਅਕਾਲ ਤਖਤ ਸਾਹਿਬ ਤਾਂ ਢੱਟ ਗਿਆ, ਪਰ ਵਿਚਾਰਧਾਰਾ ਨਹੀਂ ਢੱਠੀ। ਸ਼ਾਇਦ ਇਹ ਜਾਣਦੇ ਨਹੀਂਗੇ। ਇੱਦਾਂ ਤਾਂ ਫਿਰ ਕਈ ਵਾਰ ਨਸਲਕੁਸ਼ੀ, ਘੱਲੂਘਾਰੇ ਹੋਏ ਸਿੱਖਾਂ ਦੇ, ਮੁਗਲਾਂ ਨੇ, ਅਬਦਾਲੀਆਂ ਨੇ, ਦੁਰਾਨੀਆਂ ਨੇ। ਸਾਡੇ 2 ਵੱਡੇ ਘੱਲੂਘਾਰੇ ਇਤਿਹਾਸ ਵਿੱਚ ਦਰਜ ਨੇ। ਹਜ਼ਾਰਾਂ ਦੀ ਤਾਦਾਦ ਵਿੱਚ ਬੇਗੁਨਾਹ ਬੱਚਿਆਂ ਤੇ ਔਰਤਾਂ ਨੂੰ ਮਾਰਤਾ ਸੀਗਾ, ਪਰ ਇੱਦਾਂ ਤਾਂ ਸਿੱਖ ਨਹੀਂ ਸੀ ਮੁੱਕੇ। ਉਸ ਤੋਂ ਬਾਅਦ 1984 ਦੇ ਨਵੰਬਰ ਦੇ ਵਿੱਚ ਫਿਰ ਇੱਕ ਵਾਰ ਸਿੱਖ ਕੌਮ ਦਾ ਕਤਲੇਆਮ ਹੋਇਆ, ਹਜ਼ਾਰਾਂ ਦੀ ਤਾਦਾਦ ਵਿੱਚ। ਮੈਂ ਹੁਣ ਉਹਦੇ 'ਚ ਸ਼ਬਦ ਨਹੀਂ ਵਰਤਣਾ ਚਾਹੁੰਦਾ। ਬਲਾਤਕਾਰ, ਟਾਇਰ ਪਾ ਕੇ ਵਗੈਰਾ ਵਗੈਰਾ ਸਭ ਕੁਝ ਕੀਤਾ ਗਿਆ। ਤਾਂ ਮੈਂ ਆਪਣੇ ਆਗੂਆਂ ਨੂੰ ਪੁੱਛਣਾ ਚਾਹੁੰਦਾ ਵਾਂ, ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਗੱਲ ਕਹੀ ਆ, ਤੁਸੀਂ ਬਾਦਲੀਲ ਦੇਖੋ, ਸਾਡੇ ਨਾਲ ਇੱਕ ਵਿਤਕਰਾ ਦੀ ਦਾਸਤਾਨ ਹੈ। ਮੈਂ ਤਾਂ ਸਿਰਫ ਭਾਰਤ ਸਰਕਾਰ ਤੋਂ, ਜਿਹੜੇ ਅੱਜ ਰਾਜ ਕਰਦੇ ਨੇ ਦੇਸ਼ ਵਿੱਚ, ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀਗੀਆਂ, ਉਹਨਾਂ ਨੂੰ ਸੋਚਣਾ ਚਾਹੀਦਾ ਵਾ ਕਿ ਇਹ ਨੌਬਤ ਕਿਉਂ ਆ ਰਹੀ ਹੈ। ਜਿਹੜੀ ਕੌਮ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਹਿੱਸਾ ਪਾਉਂਦੀ ਹੈ, ਬਾਰਡਰਾਂ ਤੇ ਰਾਖੀ ਕਰਦੀ ਹੈ, ਖੇਡਾਂ ਵਿੱਚ ਸਭ ਤੋਂ ਅੱਗੇ ਜਾਂਦੀ ਹੈ, ਹਰ ਗੱਲ ਵਿੱਚ, ਬਲਕਿ ਮੈਂ ਭੁੱਲ ਚੱਲਿਆ ਸੀਗਾ, ਅਨਾਜ ਵਿੱਚ ਯੋਗਦਾਨ ਪਾਇਆ। ਜਦੋਂ ਸਾਰਾ ਦੇਸ਼ ਭੁੱਖਾ ਸੌਂਦਾ ਸੀ, ਪੰਜਾਬ ਨੇ ਸਾਰੇ ਦੇਸ਼ ਦਾ ਅਨਾਜ ਦਾ ਢਿੱਡ ਭਰਿਆ। ਅੱਜ ਉਹ ਆਪ ਭੁੱਖੇ ਨੇ ਕਿਸਾਨ। ਤੇ ਭਾਰਤ ਸਰਕਾਰ ਨੇ ਕਦੀ ਇਹ ਨਹੀਂ ਸੋਚਿਆ ਕਿ ਜਿਹੜੀ ਕੌਮ ਸਾਡੇ ਲਈ ਲੜਦੀ ਆ, ਜੂਝਦੀ ਆ, ਮਰਦੀ ਆ, ਘਰ ਉਜਾੜ ਕੇ ਆਉਂਦੀ ਆ, ਇਹਨਾਂ ਤੇ ਕੋਈ ਜ਼ਿਆਦਤੀ ਨਹੀਂ ਹੋਣੀ ਚਾਹੀਦੀ, ਇਹਨਾਂ ਦਾ ਧਿਆਨ ਰੱਖਣਾ ਚਾਹੀਦਾ। ਔਰ ਇੱਕ ਕਮਿਟਮੈਂਟ ਸੀਗੀਆਂ ਉਸ ਵਕਤ ਦੇ ਕਾਂਗਰਸ ਦੇ ਲੀਡਰਸ, ਪੰਡਤ ਜਵਾਹਰ ਲਾਲ ਨਹਿਰੂ ਹੋਣਾ ਨੇ ਜਦੋਂ ਸਿੱਖਾਂ ਨੂੰ ਵੂ ਕੀਤਾ, ਸਾਡੀ ਜਿਹੜੀ ਉਸ ਵਕਤ ਦੀ ਲੀਡਰਸ਼ਿਪ ਸੀ, ਮਾਸਟਰ ਤਾਰਾ ਸਿੰਘ ਜੀ, ਉਹਨਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਸੀਗਾ ਕਿ ਜਦੋਂ ਤੁਸੀਂ ਸਾਡੇ ਨਾਲ ਆਓਗੇ, ਅਸੀਂ ਤੁਹਾਡੀ ਆਰਥਿਕ ਤਰੱਕੀ ਦਾ ਧਿਆਨ ਰੱਖਾਂਗੇ, ਤੁਹਾਡੀ ਧਾਰਮਿਕ ਪਰਪੱਕਤਾ ਤੇ ਆਜ਼ਾਦੀ ਦਾ ਧਿਆਨ ਰੱਖਾਂਗੇ, ਤੇ ਤੁਹਾਨੂੰ ਜਿਹੜਾ ਹੈਗਾ ਇਸ ਦੇਸ਼ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਊਗਾ। ਤੇ ਆਹ ਮਾਣ ਸਤਿਕਾਰ ਦੀ ਦਾਸਤਾਨ ਤਾਂ ਤੁਹਾਨੂੰ ਮੈਂ ਹੁਣੇ ਗਿਣਾਤੀ, ਜਿਹੜੀ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ। ਸੋ ਮੈਂ ਕਹਿਣਾ ਚਾਹੁੰਦਾ ਆਪਣੇ ਸਾਥੀਆਂ ਨੂੰ, ਚਾਹੇ ਉਹ ਆਮ ਆਦਮੀ ਪਾਰਟੀ ਦੇ ਕੁਝ ਲੋਕ ਤਾਂ ਇਹ ਵੀ ਕਹਿ ਗਏ ਘਬਰਾਹਟ ਵਿੱਚ ਆਣ ਕੇ ਕਿ ਕਿਸੇ ਘਰ ਵਿੱਚ ਪਰਿਵਾਰ 'ਚ ਪੈਦਾ ਹੋਣਾ ਮੇਰਾ ਕਸੂਰ ਨਹੀਂ ਸੀ। ਉਹ ਆਪਣੇ ਪੈਦਾ ਹੋਣ ਤੇ ਵੀ ਕੀ ਕਹਿੰਦੇ ਹੋ ਰਹੇ ਕਿ ਕਿਵੇਂ ਕਹਿ ਸਕਦਾ, ਪੈਦਾ ਹੋਣ ਤੇ ਵੀ ਉਹਨੂੰ ਪਛਤਾਤਾਪ ਹੋ ਰਿਹਾ ਵਾ। ਕੁਝ ਸਾਡੇ ਹੋਰ ਵਿਦਵਾਨ ਆਗੂ ਨੇ ਜਿਹੜੇ ਉਹ ਆਪਣੇ ਆਪ ਨੂੰ ਕਹਿੰਦੇ ਅਸੀਂ ਸੈਕੂਲਰ, ਅਸੀਂ ਨੈਸ਼ਨਲਿਸਟ, ਅਸੀਂ ਖਾਲਿਸਤਾਨ ਦੀ ਮੰਗ ਦੇ ਉਲਟ ਹਾਂ। ਮੈਂ ਬਿਲਕੁਲ ਸਪੋਰਟ ਨਹੀਂ ਕਰਦਾ, ਨਾ ਮੈਂ ਕੋਈ ਵਾਇਲੈਂਸ ਸਪੋਰਟ ਕਰਦਾ, ਪਰ ਮੈਨੂੰ ਇੱਕ ਗੱਲ ਦੱਸਿਓ, ਹੁਣ ਖਾਲਿਸਤਾਨ ਕੋਈ ਗੱਲ ਕਰੇ ਤਾਂ ਐਡਾ ਵੱਡਾ ਵਿਵਾਦ ਸ਼ੋਰ, ਸਾਰੇ ਟੈਲੀਵਿਜ਼ਨ ਦੇ ਉੱਤੇ ਡਿਬੇਟ ਚੈਨਲ ਤੇ ਗਾਲੀ ਗਲੋਚ, ਤੇ ਸਾਡੇ ਆਗੂ ਵੀ ਵਿਚਾਰੇ ਇੰਨੇ ਡਰ ਜਾਂਦੇ ਨੇ ਇਹ ਨਾ 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 ਅਸੀਂ ਤਾਂ ਬਹੁਤ ਵੱਡੇ ਸੈਕੂਲਰ ਆ, ਅਸੀਂ ਨੈਸ਼ਨਲਿਸਟ ਆ। ਤੇ ਜਦੋਂ ਇਸ ਦੇਸ਼ ਦੇ ਵਿੱਚ ਜ਼ਿੰਮੇਵਾਰ ਪਾਰਟੀਆਂ, BJP, RSS, ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿੰਮੇਵਾਰ ਆਗੂ, ਕਈ ਵਾਰ ਮੈਂਬਰ ਪਾਰਲੀਮੈਂਟ,
ਉਹ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਇਸੇ ਦੇਸ਼ ਵਿੱਚ, ਕੀ ਉਹ ਵੱਖਵਾਦੀ ਏਜੰਡਾ ਨਹੀਂ ਗਾ? ਕੀ ਉਹ ਇਸ ਦੇਸ਼ ਨੂੰ ਕੀ ਕਹਿੰਦੇ ਹੁੰਦੇ ਅਲੱਗਵਾਦੀ ਏਜੰਡਾ ਨਹੀਂ ਗਾ? ਕੀ ਉਹ ਇਸ ਦੇਸ਼ ਨੂੰ ਤੋੜਨ ਦੇ, ਕਿਉਂਕਿ ਇਸ ਦੇਸ਼ ਵਿੱਚ ਪੰਥ ਦੇ ਧਰਮ ਨੇ, ਬਹੁਤ ਸਾਰੀਆਂ ਮਾਈਨੋਰਿਟੀਜ਼ ਨੇ, ਜੈਨੀ ਨੇ, ਬੋਧੀ ਨੇ, ਈਸਾਈ ਨੇ, ਮੁਸਲਮਾਨ ਨੇ, ਸਿੱਖ ਨੇ, ਦਲਿਤ ਨੇ, ਕਿ ਉਹਨਾਂ ਦਾ ਕੋਈ ਹਕੂਕ ਨਹੀਂ ਗਾ? ਉਹ ਰਾਸ਼ਟਰਵਾਦ, ਹਿੰਦੂ ਰਾਸ਼ਟਰਵਾਦ ਦੀ ਗੱਲ ਕਰਨ ਤੇ ਉਹ ਫਿਰ ਵੀ ਨੈਸ਼ਨਲਿਸਟ ਨੇ। ਤੇ ਜੇ ਕੋਈ ਉੱਠ ਕੇ ਮਾੜਾ ਜਿਹਾ ਟਿੱਪਣੀ ਵੀ ਕਰ ਦੇਵੇ, ਸਪੋਰਟ ਨਹੀਂ ਕਰਦਾ, ਉਹ ਕਹਿੰਦਾ ਚੰਗਾ ਜੇ ਭਾਰਤ ਸਰਕਾਰ ਦਿੰਦੀ ਹੈ ਤਾਂ ਅਸੀਂ ਲੈ ਲਾਂਗੇ, ਕਿਉਂਕਿ ਕਿਸ ਨੂੰ ਆਪਣਾ ਘਰ ਚੰਗਾ ਨਹੀਂ ਲੱਗਦਾ। ਸਾਡਾ ਤਾਂ ਪਿਛੋਕੜ ਰਿਹਾ ਵਾ ਮਹਾਰਾਜਾ ਰਣਜੀਤ ਸਿੰਘ ਦਾ ਆਜ਼ਾਦ ਸਿੱਖ ਰਾਜ, ਤੁਸੀਂ ਸਾਰੇ ਜਾਣਦੇ ਹੋ, ਮੈਨੂੰ ਕਹਿਣ ਦੀ ਲੋੜ ਨਹੀਂ। 40 ਸਾਲ ਗੋਲਡਨ ਪੀਰੀਅਡ ਆ ਇਸ ਏਸ਼ੀਆਈ ਮੁਲਕਾਂ ਦੀ ਜਿਹੜੀ ਇਤਿਹਾਸ ਹੈ। ਸਭ ਨੂੰ ਮਾਣ ਦਿੱਤਾ ਉਹਨਾਂ ਨੇ। ਉਹਨਾਂ ਦੇ ਤੋਪਖਾਨੇ ਵਿੱਚ ਪਠਾਨ ਸੀ, ਮੁਗਲ ਸੀਗੇ, ਉਹਨਾਂ ਦੇ ਜਿਹੜੇ ਫੌਜੀ ਜਰਨੈਲ ਸੀਗੇ ਉਹ ਫ੍ਰੈਂਚ ਜਨਰਲ ਸੀਗੇ, ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਸੀ ਉਹ ਫਕੀਰ ਅਜ਼ੀਜ਼ੁਦੀਨ ਪਾਕਿਸਤਾਨ ਦੇ ਸੀਗੇ ਮੁਸਲਮਾਨ, ਉਹਨਾਂ ਦੇ ਜਿਹੜੇ ਟ੍ਰੈਜਰਰ ਸੀਗੇ ਉਹ ਸਾਡੇ ਸਤਿਕਾਰਯੋਗ ਹਿੰਦੂ ਵੀਰਾਂ ਨੂੰ, ਉਹਨਾਂ ਦੇ ਦੀਵਾਨ ਸਾਹਿਬ ਉਹਨਾਂ ਨੂੰ ਦਿੱਤਾ ਸੀ ਇਹ ਮਾਣ ਸਤਿਕਾਰ। ਅਫਕੋਰਸ ਸਿੱਖ ਤਾਂ ਉਹਨਾਂ ਦੀਆਂ ਫੌਜਾਂ ਦੇ ਜਨਰਲ ਸੀਗੇ। ਉਹ ਇਸ ਤਰ੍ਹਾਂ ਦਾ ਰਾਜ ਹੈ, ਇੱਕ ਵੀ ਵਿਅਕਤੀ ਨੂੰ ਉਦੋਂ ਕੈਪੀਟਲ ਪਨਿਸ਼ਮੈਂਟ ਨਹੀਂ ਹੋਈ, ਇੱਕ ਵੀ ਬੰਦੇ ਨੂੰ ਫਾਂਸੀ ਦਾ ਕੋਈ ਸਜ਼ਾ ਨਹੀਂ ਦਿੱਤੀ ਗਈ। ਸਰਵ ਧਰਮ, ਸਾਰਿਆਂ ਧਰਮਾਂ ਦਾ ਮਾਣ ਸਤਿਕਾਰ ਕੀਤਾ। ਤੇ ਮੈਂ ਤਾਂ ਸਿਰਫ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਇੰਨੇ ਡਰਦੇ ਕਿਉਂ ਤੁਸੀਂ? ਹਾਂ, ਦਲੀਲ ਨਾਲ ਗੱਲ ਕਰੋ। ਆਹ ਸਾਰੀਆਂ ਜਿਹੜੀਆਂ ਗੱਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਦੇ ਜਥੇਦਾਰ ਨੇ ਗਿਣਾਈਆਂ, ਇਹ ਗਿਣਾਉਣ। ਮੈਨੂੰ ਸ਼੍ਰੋਮਣੀ ਅਕਾਲੀ ਦਲ ਤੇ ਵੀ ਥੋੜਾ ਅਫਸੋਸ ਆ ਕਿ ਤੁਸੀਂ ਤਾਂ ਯਾਰੋ ਇੱਕ ਸਿੱਖਾਂ ਦੀ ਜਮਾਤ ਸੀ, ਆਪਣੇ ਪੁਰਖਿਆਂ ਨੇ ਗੁਰਦੁਆਰਾ ਸਾਹਿਬ ਜਦੋਂ ਆਜ਼ਾਦ ਕਰਾਏ, ਮਹੰਤਾਂ ਨਾਲ ਲੜਾਈਆਂ ਲੜੀਆਂ, ਉੱਥੋਂ ਪੈਦਾ ਹੋਏ ਤੁਸੀਂ, ਗੁਰਦੁਆਰਾ ਲਹਿਰ ਚੋਂ ਸ਼੍ਰੋਮਣੀ ਅਕਾਲੀ ਦਲ ਬਣਿਆ। ਮੋਰਚੇ, ਧਰਮ ਯੁੱਧ ਦਾ ਮੋਰਚਾ, ਕਪੂਰੀ ਦਾ ਮੋਰਚਾ, ਪੰਜਾਬੀ ਸੂਬੇ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਕਿੰਨੇ ਮੋਰਚੇ ਲਾਏ, ਕਿੰਨਿਆਂ ਨੇ ਸ਼ਹਾਦਤਾਂ ਦਿੱਤੀਆਂ। ਤੁਸੀਂ ਵੀ ਡਰਦੇ ਹੋ। ਤੁਸੀਂ ਸਗੋਂ ਉਹਨਾਂ ਨੂੰ ਪੂਰੀ ਦਲੀਲ ਦੇ ਕੇ ਜਿਹੜੀ ਜਥੇਦਾਰ ਸਾਹਿਬ ਨੇ ਦਿੱਤੀ ਉਹ ਸਮਝਾਓ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ, ਤਾਂ ਇਹ ਬੇਚੈਨੀ ਹੋ ਰਹੀ ਆ। ਜਿਹੜਾ 2020 ਦਾ ਵੀ ਸ਼ੋਰ ਮੱਚਿਆ ਸੀ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ, ਮੈਂ ਇਸੇ ਤਰੀਕੇ ਨਾਲ ਦਲੀਲ ਦਿੱਤੀ ਸੀਗੀ। ਹਲੇ ਸੁਣਦੇ ਕੋਈ ਨਹੀਂ ਗੇ ਇੰਟਰਵਿਊ ਵਿਚਾਰ। ਪਹਿਲਾਂ ਇਲਜ਼ਾਮ ਇਹ ਵੱਖਵਾਦੀ ਹੈ, ਇਹ ਅੱਤਵਾਦੀ ਹੈ। ਤੇ ਜਿਹੜਾ ਅੱਤਵਾਦ, ਸਟੇਟ ਸਪਾਂਸਰਡ ਟੈਰਰਿਜ਼ਮ ਸਾਡੇ ਦੇ ਉੱਤੇ ਕਹਿਰ ਮਚਾਇਆ ਗਿਆ, ਜਿਹੜਾ ਹਜ਼ਾਰਾਂ ਦੀ ਤਾਦਾਦ ਵਿੱਚ ਬੇਗੁਨਾਹ ਔਰਤਾਂ, ਬੱਚਿਆਂ, ਬਜ਼ੁਰਗਾਂ ਨੂੰ 1984 ਦੇ ਵਿੱਚ ਨਾ ਸਿਰਫ ਦਿੱਲੀ ਬਲਕਿ ਸਾਰੇ ਦੇਸ਼ ਦੇ ਵਿੱਚ ਕਤਲੋਗਾਰਤ ਕੀਤਾ ਗਿਆ, ਉਹ ਸਟੇਟ ਸਪਾਂਸਰਡ ਟੈਰਰਿਜ਼ਮ ਨਹੀਂ ਸੀਗਾ। ਮੈਂ ਵਾਇਲੈਂਸ ਦੇ ਹੱਕ 'ਚ ਨਹੀਂਗਾ, ਮੈਂ ਖਿਲਾਫ ਹਾਂ। ਪਰ ਜਦੋਂ ਇੰਡੀਵਿਜੂਅਲ ਵਾਇਲੈਂਸ ਕਰਦੇ ਨੇ ਨਾ, ਉਹਨਾਂ ਵਾਸਤੇ ਆਪਣੇ ਕੋਲ ਮਸ਼ੀਨ ਆ, ਆਪਣੇ ਕੋਲ ਸੰਵਿਧਾਨ ਆ, ਆਪਣੇ ਕੋਲ ਕੋਰਟ ਨੇ, ਆਪਣੇ ਕੋਲ ਕਚਹਿਰੀਆਂ, ਆਪਣੇ ਕੋਲ ਪੁਲਿਸ ਆ, ਸਜ਼ਾ ਦਿਓ ਉਹਨਾਂ ਨੂੰ। ਤੇ ਜੇ ਉਹੀ ਕੰਮ ਸਟੇਟ ਜਿਹੜੀ ਕਿ ਆਰਗੇਨਾਈਜ਼ਡ ਇੱਕ ਪਾਵਰ ਆ, ਜੇ ਉਹੀ ਲੋਕਾਂ ਨੂੰ, ਬੇਦੋਸ਼ਾਂ ਨੂੰ ਮਾਰਨ ਤੇ ਉਤਰਾਵੇ, ਉਸ ਨੂੰ ਅੱਤਵਾਦ ਨਹੀਂ ਕਹਿੰਦੇ ਤਾਂ ਕੀ ਹੋਰ ਕਹਿੰਦੇ ਨੇ? ਸੁਮੇਧ ਸਿੰਘ ਸੈਣੀ, KPS ਗਿੱਲ, JF ਰਿਬੇਰੋ, ਜਿਹੜੇ ਲੋਕਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਚੱਕ ਕੇ ਆਪਣੇ ਸਿੱਖ ਨੌਜਵਾਨ ਬੱਚਿਆਂ ਨੂੰ ਮਾਰਿਆ, ਉਹਨਾਂ ਨੂੰ ਅੱਤਵਾਦੀ ਨਹੀਂ ਕਹੋਗੇ ਤਾਂ ਹੋਰ ਕੀ ਕਹੋਗੇ ਦੱਸੋ? ਔਰ 36 ਸਾਲਾਂ 'ਚ ਅੱਜ ਤੱਕ ਕੋਈ ਇਨਸਾਫ ਨਹੀਂ ਹੋਇਆ। ਕਿ ਕੋਈ ਹੈ ਕਿਸੇ ਕੋਲ ਜਵਾਬ? ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ, ਸਾਡੇ ਅਕਾਲੀ ਵੀਰ, ਸਾਡੇ ਆਮ ਆਦਮੀ ਦੇ, ਸਾਡੇ ਉਹਨਾਂ ਨੂੰ ਇਹੀ ਜ਼ੋਰ ਲੱਗਾ ਰਹਿੰਦਾ ਕਿ ਅਸੀਂ ਸੈਕੂਲਰ ਹਾਂ, ਅਸੀਂ ਨੈਸ਼ਨਲਿਸਟ ਹਾਂ, ਸਾਡੀ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ। ਕਰਨਾ ਚਾਹੀਦਾ ਵਾ, ਪਰ ਇੰਨਾ ਡਰਦੇ ਕਿਉਂ, ਇੰਨਾ ਘਬਰਾਉਂਦੇ ਕਿਉਂ? ਹਲੇ ਵੀ ਸਾਨੂੰ ਸਰਟੀਫਿਕੇਟ ਦੇਣਾ ਪਊਗਾ ਭਾਰਤ ਵਿੱਚ ਰਹਿਣ ਵਾਸਤੇ ਕਿ ਅਸੀਂ ਦੇਸ਼ ਭਗਤ ਹਾਂ। ਇੰਨਾ ਕੁਝ ਕਰਨ ਤੋਂ ਬਾਅਦ, ਇੰਨੀਆਂ ਕੁਰਬਾਨੀਆਂ, ਇੰਨੇ ਫਾਂਸੀਆਂ, ਭਗਤ ਸਿੰਘ ਵਰਗੇ ਬਹਾਦਰ ਯੋਧੇ ਅਨੇਕਾਂ ਨੇ, ਹਲੇ ਮੈਂ ਗਿਣਾ ਨਹੀਂ ਸਕਦਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਸਾਰਾ ਇਸ ਦੇਸ਼ ਦਾ ਅਨਾਜ ਦਾ ਭੰਡਾਰ ਭਰ ਦਿੱਤਾ, ਬਾਰਡਰਾਂ ਦੇ ਉੱਤੇ ਰਾਖੀ ਕਰ ਦਿੱਤੀ, ਸਪੋਰਟਸ ਨੰਬਰ 1 ਦੇ ਉੱਤੇ ਲੈ ਗਏ ਮਿਲਖਾ ਸਿੰਘ ਜੀ ਵਰਗੇ, ਔਰ ਹੋਰ ਬਹੁਤ ਸਾਰੇ ਹਾਕੀ ਦੇ ਸਾਡੇ ਖਿਡਾਰੀ। ਅੱਜ ਦੀ ਡੇਟ ਵਿੱਚ ਪ੍ਰਗਟ ਸਿੰਘ ਬੈਠੇ ਨੇ ਜਲੰਧਰ ਦੇ MLA, ਇਹਨਾਂ ਨੇ ਜਦੋਂ ਜਾ ਕੇ ਬਾਹਰ ਝੰਡਾ ਝੂਲਦਾ 올림픽ਸ ਦੇ ਵਿੱਚ, ਤੇ ਸਾਡੀ ਭਾਰਤ ਦੀ ਸ਼ਾਨ ਬਣਦੀ ਹੈ ਨਾ। ਪਰ ਫਿਰ ਵੀ ਸਾਨੂੰ ਇਹ ਹਲੇ ਸਰਟੀਫਿਕੇਟ ਦੇਣਾ ਪੈਂਦਾ ਵਾ ਕਿ ਅਸੀਂ ਨੈਸ਼ਨਲਿਸਟ ਹਾਂ। ਜਿਹੜੇ ਸੁਮੇਧ ਸਿੰਘ ਸੈਣੀ, ਇਹਨਾਂ ਨੂੰ ਕੋਈ ਸਰਟੀਫਿਕੇਟ ਨਹੀਂ, ਬੰਦੇ ਵੀ ਮਾਰ ਦੇਣ। KPS ਗਿੱਲ ਸਾਹਿਬ, JF ਰਿਬੇਰੋ, ਦਿੱਲੀ ਵਿੱਚ ਪੁਲਿਸ ਦੀ ਹਾਜ਼ਰੀ ਵਿੱਚ, ਰਾਜਧਾਨੀ ਦੇ ਵਿੱਚ ਏਡੇ ਵੱਡੇ ਪੱਧਰ ਤੇ ਕਤਲੋਗਾਰਤ ਹੋ ਜੇ, ਉਹਨਾਂ ਲੋਕਾਂ ਨੂੰ ਕੋਈ ਸਰਟੀਫਿਕੇਟ ਨਹੀਂ ਦੇਣਾ ਪੈਂਦਾ। ਇਸ ਲਈ ਮੇਰੇ ਵੀਰੋ, ਇਸੇ ਕਰਕੇ ਅਸੀਂ ਕਹਿੰਦੇ ਆ
ਕਿ ਸਾਨੂੰ ਖੇਤਰੀ ਪਾਰਟੀ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਸਾਡੀ ਬੈਸਟ ਪਾਰਟੀ ਸੀਗੀ। ਅਨਫੋਰਚੂਨੇਟਲੀ ਸਾਡੇ ਜਦੋਂ ਇਸ ਪਰਿਵਾਰ ਦੇ ਹੱਥ ਵਿੱਚ ਆ ਗਈ, ਉਹਨਾਂ ਨੇ ਸਾਰਾ ਉਸ ਦਾ ਏਜੰਡਾ ਖਤਮ ਕਰ ਦਿੱਤਾ। ਉਹਦਾ ਜਿਹੜੇ ਸਾਡੇ ਸੂਬੇ ਦੇ, ਸਾਡੇ ਕੌਮ ਦੇ ਇੰਟਰਸਟ ਸੀਗੇ, ਉਹਨਾਂ ਨੂੰ ਕੰਪਰੋਮਾਈਜ਼ ਕਰਤਾ ਸਿਰਫ ਸੱਤਾ ਵਿੱਚ ਰਹਿਣ ਵਾਸਤੇ, ਥੋੜਾ ਬਹੁਤਾ ਵਪਾਰ ਚਲਾਉਣ ਵਾਸਤੇ, ਥੋੜਾ ਬਹੁਤਾ ਧਨ ਦੌਲਤ ਇਕੱਠਾ ਕਰਨ ਵਾਸਤੇ। ਜੇ ਅੱਜ ਫਰਜ਼ ਕਰੋ ਪੰਜਾਬ ਦੇ ਵਿੱਚ ਜੈਨੂਅਨ ਰੀਜਨਲ ਪਾਰਟੀ ਹੋਵੇ, ਜਿਹੜੀ ਆਹ 10 ਕਿੱਲਾ ਜਿਹੜੇ ਵਿਤਕਰੇ ਹੋਏ ਨੇ, ਤੇ 10 ਕਿੱਲਾ ਜਿਹੜੇ ਸਾਡੇ ਪੰਜਾਬ ਨੂੰ ਇਸ ਵਕਤ ਚੁਣੌਤੀਆਂ ਦਰਪੇਸ਼ ਨੇ, ਚਾਹੇ ਉਹ ਡਰੱਗਸ ਦੀ ਹੈ, ਚਾਹੇ ਉਹ ਆਰਥਿਕ ਸੰਕਟ ਦੀ ਹੈ, ਚਾਹੇ ਉਹ ਐਜੂਕੇਸ਼ਨ ਦੀ ਹੈ, ਚਾਹੇ ਉਹ ਹੈਲਥ ਕੇਅਰ ਦੀ ਹੈ, ਚਾਹੇ ਉਹ ਕਰਪਸ਼ਨ ਦੀ ਹੈ, ਚਾਹੇ ਉਹ ਜਿਹੜੀਆਂ ਸਾਨੂੰ ਕਿਸਾਨਾਂ ਦੀ ਆਤਮ ਹੱਤਿਆ ਨੇ, ਚਾਹੇ ਉਹ ਦਲਿਤਾਂ ਦੀਆਂ ਨੇ, ਚਾਹੇ ਉਹ ਗੁਰਬਤ ਦੀ, ਚਾਹੇ ਉਹ ਮਿਡਲ ਕਲਾਸ ਦੀ, ਚਾਹੇ ਇੰਡਸਟਰੀ ਦੀ ਹੈ। 10 ਗੱਲਾਂ ਤੋਂ ਜ਼ਿਆਦਾ ਨਹੀਂ ਗਈਆਂ। ਕੀ ਅਸੀਂ ਪੰਜਾਬ ਦੇ ਵਿੱਚ ਐਡੇ ਨਾ ਅਹਿਲ ਤੇ ਨਲਾਇਕ ਬੰਦੇ ਆ ਪੰਜਾਬ ਦੇ ਵਿੱਚ ਕਿ 3.25 ਕਰੋੜ ਆਬਾਦੀ ਚੋਂ ਸਾਡੇ ਕੋਲ 5, 7, 10 ਬੰਦੇ ਚੰਗੇ ਨਹੀਂ ਗੇ ਜਿਹੜੇ ਪੰਜਾਬ ਨੂੰ ਆਪਣੀ ਅਗਵਾਈ ਕਰ ਸਕਣ? ਔਰ ਇਹ ਜਿਹੜਾ ਮੈਂ ਅੱਜ ਤੁਹਾਨੂੰ ਇਹ ਗੱਲ ਦਿੱਤਾ, ਮੈਂ ਉਦਾਹਰਨ ਦੇ ਰਿਹਾ ਕਿ ਕਿਸ ਤਰ੍ਹਾਂ ਪੂੰਛ ਲੈ ਕੇ ਭੱਜਦੇ ਨੇ ਦੂਜੀਆਂ ਪਾਰਟੀਆਂ ਵਾਲੇ, ਕਿਉਂਕਿ ਉਹਨਾਂ ਨੇ ਉੱਥੇ ਵੀ ਵੋਟਾਂ ਲੈਣੀਆਂ ਨੇ। ਕਾਂਗਰਸ ਨੇ ਵੀ ਹਰਿਆਣੇ, ਦਿੱਲੀ, ਪੰਜਾਬ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਵਿੱਚ ਵੋਟਾਂ ਲੈਣੀਆਂ ਨੇ। ਦੇ ਕੈਨੋਟ ਸਪੀਕ ਫॉर द ਇੰਟਰਸਟ ਆਫ ਪੰਜਾਬ ਦ ਵੇ ਦੈਟ ਪੰਜਾਬ ਲੀਡਰਸ ਕੈਨ ਸਪੀਕ ਹੇਅਰ ਇਨ ਪੰਜਾਬ। ਇਹੀ ਗੱਲ ਹੁਣ ਆਮ ਆਦਮੀ ਪਾਰਟੀ ਤੇ ਵੀ ਲੱਗੂ। ਭਗਵੰਤ ਸਿੰਘ ਮਾਨ ਦਾ ਜਾਂ ਤਾਂ ਇਹਨਾਂ ਲੋਕਾਂ ਨੂੰ ਪਿਛੋਕੜ ਨਹੀਂ ਪਤਾ, ਜਾਂ ਇਹਨਾਂ ਨੇ ਕੋਈ ਇਤਿਹਾਸ ਨਹੀਂ ਪੜ੍ਹਿਆ ਚੰਗੀ ਤਰ੍ਹਾਂ ਨਾਲ ਕਿ ਸਾਡੇ ਨਾਲ ਕੀ ਕੀ ਵਾਪਰਿਆ ਤੇ ਸਾਡੇ ਪੁਰਖਿਆਂ ਦੀਆਂ ਕੀ ਕੀ ਕੁਰਬਾਨੀਆਂ ਸੀ। ਇਹਨਾਂ ਨੇ ਪੜ੍ਹਿਆ ਨਹੀਂ ਚੱਜ ਨਾਲ। ਇੰਨੇ ਘਬਰਾਹਟ ਵਿੱਚ ਆਣ ਕੇ ਬੀਬੀ ਬਲਜਿੰਦਰ ਕੌਰ ਨੇ ਆਪਣੇ ਪਰਿਵਾਰ ਨੂੰ ਹੀ ਇੱਕ ਕਿਸਮ ਦਾ ਕੀ ਕਹਿੰਦੇ ਆ ਕਿ ਤਲਾਂਜਲੀ ਦੇ ਦਿੱਤੀ। ਔਰ ਹੋਰ ਵੀ ਇਹਨਾਂ ਦੇ ਕੁਝ ਆਗੂ ਬੋਲਦੇ ਨੇ। ਠੀਕ ਹੈ, ਗੁੱਡ ਗਵਰਨੈਂਸ ਹੋਣੀ ਚਾਹੀਦੀ ਹੈ। ਮੰਨ ਲਿਆ ਕਿ ਐਜੂਕੇਸ਼ਨ ਤੇ ਹਸਪੀਟਲ ਜਿੱਦਾਂ ਦਿੱਲੀ ਦੇ ਵਿੱਚ ਬਣਨੇ, ਸਾਡੇ ਵੀ ਬਣਨੇ ਚਾਹੀਦੇ ਆ। ਪਰ ਇੱਕ ਗੱਲ ਯਾਦ ਰੱਖਿਓ, ਜੇ ਤੁਹਾਡੀ ਇਸ ਦਸਤਾਰ ਦਾ ਸਤਿਕਾਰ ਨਹੀਂ, ਜੇ ਤੁਹਾਡੇ ਬੱਚੇ ਮਹਿਫੂਜ਼ ਨਹੀਂ ਗਏ, ਜੇ ਤੁਹਾਡੇ ਬੱਚਿਆਂ ਨੂੰ ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਕੇ 36 ਸਾਲ ਪੁਲਿਸ ਵਾਲੇ ਬਚ ਸਕਦੇ ਨੇ, ਜੇ ਤੁਹਾਡਾ ਮਾਣ ਸਤਿਕਾਰ ਨਹੀਂਗਾ, ਜੇ ਤੁਹਾਡੀ ਇੰਡੀਪੈਂਡੈਂਸ ਨਹੀਂ ਗੀ, ਜੇ ਤੁਹਾਨੂੰ ਫਰੀडम ਆਫ ਐਕਸਪ੍ਰੈਸ਼ਨ ਨਹੀਂਗਾ, ਫਰੀडम ਆਫ ਲੈਂਗੁਏਜ ਨਹੀਂ ਗੀ, ਤੇ ਉੱਥੇ ਤੁਸੀਂ ਕੀ ਕਰ ਸਕਦੇ? ਐ ਤਾਂ ਫਿਰ ਜੇ ਸੜਕਾਂ ਬਣਾਉਣੀਆਂ ਹੁੰਦੀਆਂ, ਸਕੂਲ ਬਣਾਉਂਦੇ ਹੁੰਦੇ, ਡਿਸਪੈਂਸਰੀਆਂ, ਤੇ ਅਫਗਾਨਿਸਤਾਨ ਅਮਰੀਕਾ ਕੋਲੋਂ ਜੋ ਮਰਜ਼ੀ ਬਣਵਾ ਲੈਂਦਾ, ਫਿਰ ਨਾਲ ਲੜਦਾ ਉਹਨਾਂ ਦੇ ਨਾਲ। ਲੜ ਕੇ ਪਹਿਲਾਂ ਰਸ਼ੀਆ ਨਾਲ ਲੜੇ, ਰਸ਼ੀਆ ਟੁੱਟ ਗਿਆ। ਹੁਣ ਅਮਰੀਕਾ ਮਿੰਟਾਂ ਕੱਢ ਕੇ ਤਾਲਿਬਾਨ ਦੀਆਂ, ਮੈਂ ਕਿਸੇ ਦਾ ਸਪੋਰਟਰ ਨਹੀਂ ਗਾ, ਮਾਈਂਡ ਯੂ, ਮੈਂ ਵਾਇਲੈਂਸ ਨੂੰ ਸਪੋਰਟ ਨਹੀਂ ਕਰਦਾ, ਪਰ ਉਹਨਾਂ ਨੇ ਆਪਣੀ ਆਈਡੈਂਟਿਟੀ ਨੂੰ ਬਚਾਉਣ ਵਾਸਤੇ ਅਫਗਾਨਿਸਤਾਨ ਨੇ ਅਮਰੀਕਾ ਵਰਗੇ ਸਭ ਤੋਂ ਤਾਕਤਵਰ ਸ਼ਕਤੀ ਦੇ ਨਾਲ ਲੜਾਈ ਲੜੀ, ਕਈ ਦਹਾਕੇ ਲੜੀ। ਔਰ ਹੁਣ ਅਮਰੀਕਾ ਜਾਨ ਬਚਾ ਕੇ ਉਸੇ ਤਾਲਿਬਾਨ ਦੇ ਨਾਲ ਸਮਝੌਤਾ ਕਰਕੇ ਤੇ ਫੋਰਸਿਸ ਨੂੰ ਵਿਦਡਰਾ ਕਰ ਰਿਹਾ। ਕਿਉਂ ਕਰ ਰਿਹਾ ਅਫਗਾਨਿਸਤਾਨ? ਉਹਨਾਂ ਨੂੰ ਵੀ ਸਕੂਲ ਚੰਗੇ ਲੱਗਦੇ ਨੇ, ਉਹਨਾਂ ਨੂੰ ਵੀ ਹਸਪਤਾਲ ਤੇ ਡਿਸਪੈਂਸਰੀਆਂ ਤੇ ਮਾੜੇ ਮੋਟੇ ਮੁਹੱਲਾ ਕਲੀਨਿਕ ਚੰਗੇ ਲੱਗਦੇ ਨੇ, ਪਰ ਜਿੱਥੇ ਉਹਨਾਂ ਦੀਆਂ ਔਰਤਾਂ ਦਾ ਬਲਾਤਕਾਰ ਕਰਨ ਬਾਹਰ ਦੇ ਦੇਸ਼ਾਂ ਦੇ ਆਣ ਕੇ ਫੌਜੀ, ਡੂ ਯੂ ਥਿੰਕ ਦੇ ਵਿਲ ਐਵਰ ਐਗਰੀ ਟੂ ਸੋ ਕਾਲਡ ਫੇਕ ਡਿਵੈਲਪਮੈਂਟ? ਔਰ ਵੈਸੇ ਵੀ ਦੱਸਣਾ ਮੈਨੂੰ 70 ਸਾਲਾਂ ਦੇ ਵਿੱਚ, ਚਲੋ ਪੰਜਾਬ ਨੂੰ ਤਾਂ ਛੱਡ ਦਿਓ, ਤੁਸੀਂ ਕਹਿੰਦੇ ਕਿ ਪੰਜਾਬ ਮਾੜੀ ਲੀਡਰਸ਼ਿਪ ਦੇ ਹੱਥ ਵਿੱਚ ਸੀਗਾ, ਮੈਨੂੰ ਦੱਸ ਦਿਓ ਬਾਕੀ ਦੇਸ਼ ਵਿੱਚ ਕਿੰਨੀ ਕੁ ਪੁਖਤਾ ਡਿਵੈਲਪਮੈਂਟ ਹੋਈ ਆ। ਸੋ ਸਾਡਾ ਮੰਨਣਾ ਵਾ ਕਿ ਡਿਵੈਲਪਮੈਂਟ ਚਾਹੀਦੀ ਆ, ਪਰ ਡਿਵੈਲਪਮੈਂਟ ਦੇ ਨਾਲ ਤੁਹਾਡਾ ਮਾਣ ਸਤਿਕਾਰ, ਤੁਹਾਡੀ ਹਿਫਾਜ਼ਤ, ਤੁਸੀਂ ਇਸ ਦੇਸ਼ ਵਿੱਚ ਇੱਕ ਨੰਬਰ ਦੇ ਨਾਗਰਿਕ ਹੋਵੋ। ਹਾਲੇ ਤੱਕ ਸਾਨੂੰ ਜਿਹੜਾ ਸੁਨੇਹਾ ਦਿੱਤਾ ਗਿਆ ਨਾ, ਉਹ ਸਾਨੂੰ ਸੈਕੰਡ ਰੇਟ ਸਿਟੀਜ਼ਨ ਦਾ ਦਿੱਤਾ ਗਿਆ। ਸੈਕੰਡ ਰੇਟ ਸਿਟੀਜ਼ਨ ਕਹਿੰਦੇ ਨੇ ਲੋਕੀ, ਡਰਦੇ ਨੇ। ਬਾਦਲ ਸਾਹਿਬ ਵੀ ਡਰਨਗੇ, ਕੈਪਟਨ ਸਾਹਿਬ ਵੀ ਡਰਨਗੇ। ਮੈਨੂੰ ਪਤਾ ਵਾ ਕਿ ਇਸ ਤਰ੍ਹਾਂ ਦੀ ਗੱਲ ਕਰਕੇ ਤੁਹਾਡੇ ਤੇ ਮੁਕੱਦਮਾ ਦਰਜ ਕੀਤਾ ਜਾ ਸਕਦਾ ਵਾ, ਪਰ ਜੇ ਆਪਾਂ ਦੱਸਾਂਗੇ ਹੀ ਨਹੀਂ ਦੁਨੀਆ ਨੂੰ, ਜੇ ਸਾਡੇ ਦੇਸ਼ ਦੀ ਸਰਕਾਰ ਨੂੰ ਅਸੀਂ ਯਾਦ ਹੀ ਨਹੀਂ ਕਰਾਵਾਂਗੇ ਕਿ ਸਾਡੇ ਨਾਲ ਤੁਸੀਂ ਵਾਅਦੇ ਕੀ ਕੀਤੇ ਸੀਗੇ, ਤੇ ਹੁਣ ਤੁਸੀਂ ਪਿਛਲੇ 72 ਸਾਲ ਵਿੱਚ ਸਾਡੇ ਨਾਲ ਤੁਹਾਡਾ ਰਵੱਈਆ ਕੀ ਆ, ਤੇ ਫਿਰ ਕੌਣ ਕਵੇਗਾ ਮੇਰੇ ਵੀਰੋ ਗੱਲ ਇਹ? ਇਸ ਲਈ ਮੇਰੇ ਪੰਜਾਬ ਦੇ ਆਗੂਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਨਾ ਘਬਰਾਓ, ਇਸ ਤਰ੍ਹਾਂ ਬਾਦਲੀਲ ਗੱਲ ਕਰੋ, ਆਰਗੂਮੈਂਟ ਕਰੋ, ਹਾਂ ਗਾਲੀ ਗਲੋਚ ਨਾ ਕਰੋ, ਆਪਣਾ ਪੱਖ ਠੀਕ ਰੱਖੋ, ਔਰ ਕਿਸੇ ਦੇ ਧਰਮ ਦੇ ਖਿਲਾਫ ਨਾ ਬੋਲੋ। ਸਾਨੂੰ ਤਾਂ ਵੈਸੇ ਹੀ ਨਹੀਂ ਸਿਖਾਇਆ ਗਿਆ। ਸਰਬੱਤ ਦਾ ਭਲਾ ਗੁਰੂ ਸਾਹਿਬ ਸਾਨੂੰ ਕੁੱਟ-ਕੁੱਟ ਕੇ ਭਰ ਕੇ ਗਏ ਨੇ, ਤਾਈਓ ਤਾਂ ਸਿੱਖ ਜਿਹੜੇ ਨੇ ਉਹ ਸਿਰੀਆ 'ਚ ਵੀ ਫਿਰੀ ਜਾਂਦੇ ਨੇ। ਜਿੱਥੇ ਦੁਨੀਆ ਦੇ ਵਿੱਚ ਕਿਤੇ ਮਾਇਨਮਾਰ ਦੇ ਵਿੱਚ ਹੁਣੇ ਰੋਹਿੰਗਾਸ ਦਾ, ਮਾਈਨੋਰਿਟੀਜ਼ ਦਾ ਬਲਾਤਕਾਰ ਹੋਏ ਔਰਤਾਂ ਦੇ, ਉੱਥੇ ਪਹੁੰਚੇ ਹੋਏ ਸੀਗੇ ਸਿੱਖ ਮਦਦ ਕਰਨ ਵਾਸਤੇ। ਕੇਰਲਾ ਵਿੱਚ ਫਲੱਡਸ ਆਉਣ, ਵੈਸਟ ਬੰਗਾਲ ਵਿੱਚ ਸਾਈਕਲੋਨ ਆਵੇ, ਮਾਈਗ੍ਰੇਂਟ ਲੇਬਰ ਤੁਰ ਕੇ ਜਾਂਦੀ ਹੋਵੇ ਬਿਹਾਰ ਵਿੱਚ, ਜਿੱਥੇ ਸਰਕਾਰਾਂ ਫੇਲ ਹੋਈਆਂ,
ਉੱਥੇ ਉਸ ਗੁਰੂ ਸਾਹਿਬ ਦੀ ਦਿੱਤੀ ਹੋਈ ਵਿਚਾਰਧਾਰਾ ਦੇ ਅਨੁਸਾਰ ਸਿੱਖਾਂ ਨੇ, ਪੰਜਾਬੀਆਂ ਨੇ, ਸਾਰੇ ਧਰਮਾਂ ਦਾ ਸਤਿਕਾਰ ਕੀਤਾ। ਅਸੀਂ ਕਿਸੇ ਦੇ ਖਿਲਾਫ ਨਹੀਂ ਗਏ ਬਿਲਕੁਲ। ਮੈਂ ਤੁਹਾਨੂੰ ਇੱਕ ਹੋਰ ਛੋਟੀ ਜਿਹੀ ਗੱਲ ਕਰਕੇ ਖਤਮ ਕਰਨ ਲੱਗਿਆ। ਜਦੋਂ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਹੋਇਆ ਨਾ, ਮੇਰੇ ਪਿਤਾ ਜੀ ਵੀ ਅਕਾਲੀ ਦਲ ਵਿੱਚ ਸੀ ਉਸ ਵੇਲੇ, ਜਦੋਂ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਹੋਇਆ, ਇਸੇ ਤਰ੍ਹਾਂ ਹੀ ਜਿੱਦਾਂ ਹੁਣ ਡਰਾਉਂਦੇ ਨੇ ਨਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦੇ ਬਿਆਨ ਤੇ ਡਿਬੇਟਸ ਹੋ ਗਏ, ਅੱਤਵਾਦੀ, ਵੱਖਵਾਦੀ, ਅਲੱਗਵਾਦੀ, ਇੱਦਾਂ ਹੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਬਗੈਰ ਕਿਸੇ ਨੇ ਪੜ੍ਹਨ ਤੋਂ, ਇਹ ਤਾਂ ਐਂਟੀ ਨੈਸ਼ਨਲ ਰੈਜ਼ੋਲੂਸ਼ਨ ਹੈ, ਇਹ ਤਾਂ ਦੇਸ਼ ਨੂੰ ਤੋੜਨ ਵਾਲਾ ਰੈਜ਼ੋਲੂਸ਼ਨ ਹੈ। ਤੇ ਮੇਰੇ ਵੀਰੋ, ਅਨੰਦਪੁਰ ਸਾਹਿਬ ਦਾ ਮਤਾ ਤਾਂ ਗੂਗਲ ਤੇ ਅਵੇਲੇਬਲ ਹੈ, ਪੜ੍ਹ। ਉਹਦੇ ਵਿੱਚ ਕੀ ਹੈਗਾ? ਉਹਦੇ ਵਿੱਚ ਸਿਰਫ ਵੱਧ ਅਧਿਕਾਰਾਂ ਦੀ ਗੱਲ ਕੀਤੀ ਗਈ, ਸਟੇਟਸ ਦੀ, ਉਹਦੇ ਵਿੱਚ ਫੈਡਰਲ ਢਾਂਚੇ ਦੀ ਗੱਲ ਕੀਤੀ ਗਈ ਸੀ, ਤਾਂ ਕਿ ਹਰ ਸੂਬਾ ਪ੍ਰਫੁੱਲਤ ਹੋ ਸਕੇ। ਅੱਜ ਦੀ ਡੇਟ ਵਿੱਚ ਸਾਨੂੰ ਵੱਧ ਅਧਿਕਾਰ ਤਾਂ ਕੀ ਦੇਣੇ ਸੀਗੇ, ਹੌਲੀ ਹੌਲੀ ਸਾਡੇ ਅਧਿਕਾਰ ਕੱਟਦੇ ਅੱਜ ਸਾਡੇ ਕੋਲ ਸਭ ਕੁਝ ਚਲੇ ਗਿਆ ਸੈਂਟਰ ਦੇ ਕੋਲ। ਆ ਜਿਹੜਾ ਹੁਣ ਕੈਪਟਨ ਸਾਹਿਬ ਤੇ ਬਾਦਲ ਸਾਹਿਬ ਦੀ ਕੁੱਕੜ ਲੜਾਈ ਹੁੰਦੀ ਨਾ GST ਨੂੰ ਲੈ ਕੇ, ਇਹ GST ਸਾਡਾ ਅਖੀਰਲਾ ਵਿੱਤੀ ਅਧਿਕਾਰ ਸੀਗਾ, ਜਿਹੜਾ ਕੇਂਦਰ ਦੀ ਸਰਕਾਰ ਨੇ GST ਬਣਾ ਕੇ ਸਾਡੇ ਕੋਲ ਵਿੱਤੀ ਅਧਿਕਾਰ ਵੀ ਖੋਲੇ। ਅਸਲ ਵਿੱਚ ਸਟੇਟਸ ਜਿਹੜੀਆਂ ਨੇ ਉਹ ਹੁਣ ਗਲੋਰੀਫਾਈਡ ਮਿਊਨਿਸਪੈਲਿਟੀਜ਼ ਨੇ, ਜਿੱਦਾਂ ਮਿਊਨਿਸਪਲ ਕਮੇਟੀਆਂ ਹੁੰਦੀਆਂ ਜਿਹਨਾਂ ਕੋਲ ਕੋਈ ਅਧਿਕਾਰ ਨਹੀਂਗਾ। ਤਾਈਓ ਸਾਡੇ ਤੇ ਕਰਜ਼ਾ ਚੱਲ ਰਿਹਾ, ਕਿਉਂਕਿ ਸਾਨੂੰ ਅਸੀਂ ਟੈਕਸ ਹੀ ਨਹੀਂ ਇਕੱਠਾ ਕਰ ਸਕਦੇ, ਅਸੀਂ ਆਪਣੇ ਰਿਸੋਰਸਿਸ ਨਹੀਂ ਇਕੱਠੇ ਕਰ ਸਕਦੇ, ਔਰ ਸਾਡੀਆਂ ਨੀਤੀਆਂ ਬਣੀਆਂ ਬਣਾਈਆਂ ਦਿੱਲੀੋਂ ਆਉਂਦੀਆਂ। ਸਰਵ ਸਿੱਖਿਆ ਅਭਿਆਨ ਦਿੱਲੀੋਂ, ਰੂਰਲ ਹੈਲਥ ਮਿਸ਼ਨ ਦਿੱਲੀੋਂ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦਿੱਲੀੋਂ, ਲੇਬਰ ਦੀ ਮਨਰੇਗਾ ਸਕੀਮ ਦਿੱਲੀੋਂ। ਕਦੀ ਹੋ ਸਕਦਾ ਵਾ ਕਿ ਜਿਹੜੀ ਚੀਜ਼ ਕੇਰਲਾ, ਤਾਮਿਲਨਾਡੂ ਤੇ ਆਂਧਰਾ 'ਚ ਲਾਗੂ ਹੁੰਦੀ ਹੈ, ਉਹੀ ਗੱਲ ਪੰਜਾਬ 'ਚ ਲਾਗੂ ਹੋ ਜਾਵੇਗੀ? ਪੈਸੇ ਵੇਸਟ ਹੋ ਰਹੇ ਨੇ, ਬਰਬਾਦ ਹੋ ਰਹੇ ਨੇ। ਸੋ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਕੁਝ ਵੀ ਐਂਟੀ ਨੈਸ਼ਨਲ ਨਹੀਂ ਸੀਗਾ, ਪਰ ਇੱਦਾਂ ਹੀ ਡਰਾ ਕੇ ਟੀਵੀਜ਼ ਨੇ, ਮੀਡੀਆ ਅਨਫੋਰਚੂਨੇਟਲੀ, ਆਈ ਐਮ ਸੌਰੀ ਟੂ ਸੇ, ਬਗੈਰ ਸਮਝੇ ਦੇਖੇ ਇੰਨਾ ਡਰਾਇਆ ਕਿ ਸਾਡੇ ਅਕਾਲੀ ਦਲ ਦੇ ਆਗੂ ਅਨੰਦਪੁਰ ਦੇ ਮਤੇ ਨੂੰ ਹੀ ਛੱਡ ਗਏ। ਉਸ ਮਤੇ ਵਿੱਚ ਅੱਜ ਵੀ ਅੱਛੀ ਤਰ੍ਹਾਂ ਦੇਖ ਲਓ, ਉਹਨਾਂ ਨੇ ਕਿਹਾ ਸੀਗਾ ਸ਼ਾਇਦ 4 ਡਿਪਾਰਟਮੈਂਟਸ ਗਵਰਨਮੈਂਟ ਆਫ ਇੰਡੀਆ ਰੱਖੇ, ਡਿਫੈਂਸ, ਕਮਿਊਨੀਕੇਸ਼ਨ, ਫਾਈਨੈਂਸ ਐਂਡ ਇੱਕ ਹੋਰ ਸੀਗਾ ਕੋਈ ਸ਼ਾਇਦ ਐਕਸਟਰਨਲ ਅਫੇਅਰਸ। ਬਾਕੀ ਸਾਰੇ ਮਹਿਕਮੇ ਸਟੇਟਾਂ ਨੂੰ, ਅਮਰੀਕਾ ਦੇ ਵਿੱਚ ਸਾਰੀਆਂ ਸਟੇਟਾਂ ਨੂੰ ਅਧਿਕਾਰ ਹੈ, ਸਟੇਟਾਂ ਨੂੰ ਨਹੀਂ, ਕਾਉਂਟੀਜ਼ ਨੂੰ, ਜ਼ਿਲ੍ਹਿਆਂ ਨੂੰ ਆਪਣਾ ਅਧਿਕਾਰ ਹੈ, ਆਪਣਾ ਮੇਅਰ ਚੁਣ ਲੈਂਦੇ ਨੇ, ਆਪਣੀ ਪੁਲਿਸ ਲਾ ਲੈਂਦੇ ਨੇ। ਦੇਖ ਲਓ ਕਿੱਥੇ ਪਹੁੰਚਿਆ ਹੋਇਆ ਦੇਸ਼। ਇਸ ਲਈ ਮੇਰੇ ਸਾਰੇ ਵੀਰਾਂ ਨੂੰ ਅੱਜ ਦੇ ਇਸ ਬਹੁਤ ਸੰਜੀਦਾ ਸਬਜੈਕਟ ਤੇ ਮੇਰੀ ਬੇਨਤੀ ਹੈ, ਇੱਕ ਤਾਂ ਪੰਜਾਬ ਦੇ ਆਗੂਆਂ ਨੂੰ ਕਿ ਇੱਦਾਂ ਡਰ ਕੇ, ਘਬਰਾ ਕੇ ਭੱਜੋ ਨਾ, ਦਲੀਲ ਪੇਸ਼ ਕਰੋ, ਆਪਣੇ ਹਕੂਕ ਮੰਗੋ, ਜੋ ਸਾਡੇ ਨਾਲ ਵਿਤਕਰਾ ਹੋਇਆ ਉਸ ਦਾ ਇਨਸਾਫ ਮੰਗੋ। ਤੇ ਦੂਸਰਾ ਹੈਗਾ ਕਿ ਕੇਂਦਰ ਸਰਕਾਰ ਨੂੰ ਸਮਝਣਾ ਚਾਹੀਦਾ ਵਾ, ਮੈਂ ਕਿਸੇ ਪਾਰਟੀ ਵਿਸ਼ੇਸ਼ ਨੂੰ ਨਹੀਂ ਕਹਿ ਰਿਹਾ, ਸਾਰੀਆਂ ਹੀ ਪਾਰਟੀਆਂ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਹੱਥ ਜੋੜ ਕੇ ਕਿ ਦੇਖੋ ਤਾਂ ਸਹੀ ਤੁਸੀਂ ਕੀ ਕੁਝ ਕੀਤਾ ਸਾਡੇ ਨਾਲ। ਇਹਦੇ ਬਾਵਜੂਦ ਵੀ ਸਿੱਖ ਜਿਹੜੇ ਨੇ, ਉਹ ਪੰਜਾਬੀ ਨੇ, ਉਹ ਇਸ ਦੇਸ਼ ਦੀ ਤਰੱਕੀ ਵਿੱਚ ਸਭ ਤੋਂ ਅੱਗੇ ਹਿੱਸਾ ਪਾ ਰਹੇ। ਇਹ ਸਮਾਂ ਮੰਗਦਾ ਕਿ 36 ਸਾਲ ਪਹਿਲਾਂ ਹੋਇਆ ਬੇਇਨਸਾਫੀ, ਉਸ ਨੂੰ ਸੈਟ ਰਾਈਟ ਕਰ ਦਿਓ। ਕੁਛ ਵੀ ਨਹੀਂਗਾ ਕੰਮ, ਕੁਛ ਵੀ ਨਹੀਂਗਾ। ਗਵਰਨਮੈਂਟਾਂ ਚਾਹੁਣ ਇਹ ਹਫ਼ਤਿਆਂ ਮਹੀਨਿਆਂ ਦਾ ਕੰਮ ਹੈ ਸਜ਼ਾ ਦੇਣੀ। ਇਸ ਲਈ ਇੱਕ ਤਾਂ ਉਹ ਠੀਕ ਕਰੋ ਤੇ ਇੱਕ ਸਟੇਟਾਂ ਨੂੰ ਉਹਨਾਂ ਦੇ ਅਧਿਕਾਰ ਵਾਪਸ ਦਿਓ। ਤੁਸੀਂ ਜੰਮੂ ਕਸ਼ਮੀਰ ਜਿਹੜਾ ਬਿੱਲ ਪਾਸ ਕੀਤਾ ਉਹਦਾ ਫਾਇਦਾ ਨਹੀਂ ਹੋਇਆ ਤੁਹਾਨੂੰ ਕੋਈ। ਤੁਸੀਂ ਦੱਸੋ ਕਿੰਨਿਆਂ ਨੇ ਜਾ ਕੇ ਜੰਮੂ ਕਸ਼ਮੀਰ ਦੇ ਵਿੱਚ, ਬਾਹਰਲਿਆਂ ਨੇ ਜਾ ਕੇ ਉੱਥੇ ਪ੍ਰਾਪਰਟੀਆਂ ਤੇ ਜ਼ਮੀਨਾਂ ਲੈ ਰਹੀਆਂ ਨੇ? ਲਈਆਂ ਕਿਸੇ ਨੇ? ਤੁਹਾਡਾ ਮਕਸਦ ਤਾਂ ਇਹ ਸੀਗਾ ਕਿ 370 ਧਾਰਾ ਤੋੜ ਕੇ, ਜੰਮੂ ਕਸ਼ਮੀਰ ਦੇ 2 ਟੋਟੇ ਕਰਕੇ, ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਅਸੀਂ ਉੱਥੇ ਡੈਮੋਗ੍ਰਾਫਿਕ ਚੇਂਜ ਲਿਆਵਾਂਗੇ। ਅਸੀਂ ਬਾਹਰੋਂ ਭਾਰਤ ਵਿੱਚੋਂ ਬੰਦੇ ਭੇਜ ਕੇ ਉੱਥੇ ਵੈਲੀ ਦੇ ਵਿੱਚ ਉਹਨਾਂ ਦੀ ਆਬਾਦੀ ਦਾ ਸੰਤੁਲਨ ਖਤਮ ਕਰ ਦਿਆਂਗੇ। ਕੋਈ ਗਿਆ ਉੱਥੇ? ਕੋਈ ਜਾਵੇਗਾ ਉੱਥੇ? ਇਸ ਤਰ੍ਹਾਂ ਦੇ ਭੈਭੀਤ ਮਾਹੌਲ ਵਿੱਚ ਉਹਨਾਂ ਨਾਲ ਇੱਕ ਮਜ਼ਾਕ ਹੋਇਆ, ਉਹਨਾਂ ਦੇ ਜ਼ਖਮਾਂ ਤੇ ਜਿੱਦਾਂ ਜੈਨੂਅਲੀ ਕਿਸੇ ਨੂੰ ਕਹਿੰਦੇ ਕਿ ਲੂਣ ਛਿੜਕਣ ਦੇ ਬਰਾਬਰ ਉਹ ਸਾਰੀ ਗੱਲ ਕੀਤੀ ਗਈ ਆ। ਉਸ ਨੂੰ ਵੀ ਸੁਧਾਰ ਕਰਨਾ ਚਾਹੀਦਾ। ਉਹ ਵੀ ਮਾਈਨੋਰਿਟੀਜ਼ ਨੇ, ਉਹ ਵੀ ਇਸ ਦੇਸ਼ ਵਿੱਚ ਘੱਟ ਗਿਣਤੀ ਨੇ। ਜੇ ਆਪਾਂ ਘੱਟ ਗਿਣਤੀਆਂ ਨੂੰ ਇਸ ਤਰੀਕੇ ਨਾਲ ਟੈਰਰਾਈਜ਼ ਕਰਾਂਗੇ, ਸਟੇਟ ਟੈਰਰਿਜ਼ਮ ਦੇ ਥਰੂ, ਆ ਜਿਹੜਾ ਸਿਟੀਜ਼ਨ ਅਮੈਂਡਮੈਂਟ ਬਿੱਲ ਆਇਆ CAA, ਇਕੱਲੇ ਇੱਕ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਕਹਿਤਾ ਕਿ ਤੁਹਾਨੂੰ ਅਸੀਂ ਨਾਗਰਿਕਤਾ ਨਹੀਂ ਦੇਵਾਂਗੇ। ਕਿਉਂ ਨਹੀਂ ਦਿਓਗੇ? ਕੀ ਕਰ ਦਿੱਤਾ ਉਹਨਾਂ ਨੇ? ਜਿਹੜੇ ਬੈਠੇ ਨੇ ਸਾਰੇ ਦੇਸ਼ ਵਿੱਚ, ਕੀ ਮਾੜਾ ਕੀਤਾ ਉਹਨਾਂ ਨੇ? ਕੀ ਉਹਨਾਂ ਨੇ ਬਾਕੀ ਨਾਗਰਿਕਾਂ ਵਾਂਗੂ ਟੈਕਸ ਨਹੀਂ ਦਿੱਤਾ? ਜਾਂ ਉਹਨਾਂ ਨੇ ਇਸ ਦੇਸ਼ ਦੀ ਹਿਫਾਜ਼ਤ ਵਿੱਚ ਫੌਜਾਂ 'ਚ ਨਹੀਂ ਗਏ? ਬਹੁਤ ਸਾਰੇ ਮੁਸਲਮਾਨ ਫੌਜ ਵਿੱਚ ਫੜਦੇ ਨੇ। ਸੋ ਮੈਂ ਜ਼ਾਤ ਪਾਤ ਧਰਮ ਦੇ ਵਿੱਚ ਫਿਰ ਨਹੀਂ ਜਾਣਾ ਚਾਹੁੰਦਾ। ਅਸੀਂ ਸਭ ਦਾ ਸਤਿਕਾਰ ਕਰਦੇ ਹਾਂ, ਪਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ, ਵੈਸੇ ਨੋਰਮਲੀ ਆਈ ਡੂ ਨਾਟ ਸਪੋਰਟ ਜਥੇਦਾਰ ਜਿਹੜੇ ਬਾਦਲ ਸਾਹਿਬ ਦੇ SGPC ਦੇ ਅਪਾਇੰਟਡ ਨੇ, ਪਰ ਉਹਨੇ ਗੱਲਬਾਤ ਦਲੀਲ ਕੀਤੀ ਹੈ। ਮੈਂ ਉਹਨਾਂ ਦੀ ਇਸ ਦਲੀਲ ਦੀ ਤਾਈਦ ਕਰਦਾ ਵਾਂ ਔਰ ਫਿਰ ਰੀਇਟਰੇਟ ਕਰਦਾ ਵਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ। ਤਾਈਓ ਇਹ ਮੰਗਾਂ ਉੱਠਦੀਆਂ ਨੇ। ਇਹ ਮੰਗਾਂ ਉੱਠਣ ਦੀ ਲੋੜ ਹੀ ਨਾ ਪਵੇ। ਭਾਰਤ ਸਰਕਾਰ ਇਸ ਤਰ੍ਹਾਂ ਨਾਲ ਡੀਲ ਕਰੇ ਕਿ ਇਹ ਮੰਗਾਂ ਨੂੰ ਉੱਠਣ ਵਾਸਤੇ ਨੌਬਤ ਹੀ ਨਾ ਆਵੇ।
ਮੈਨੂੰ ਉਮੀਦ ਹੈ ਕਿ ਜਿਹੜੇ ਪੰਜਾਬ ਦੇ ਆਗੂ ਨੇ ਉਹ ਮੈਂ ਕੋਈ ਜ਼ਿਆਦਾ ਸਿਆਣਾ ਨਹੀਂ ਗਾ ਪਰ ਇੰਨਾ ਘਬਰਾਹਟ ਵਿੱਚ ਆਣ ਕੇ ਆਪਣੇ ਹੀ ਟੱਬਰਾਂ ਤੇ ਉਂਗਲੀਆਂ ਚੱਕ ਲੈਣੀਆਂ ਜਾਂ ਆਪਣੇ ਹੀ ਲੋਕਾਂ ਨੂੰ ਅੱਤਵਾਦੀ ਤੇ ਵੱਖਵਾਦੀ ਤੇ ਪਤਾ ਨਹੀਂ ਕੀ ਕੁਛ ਇਲਜ਼ਾਮ ਲਾ ਦੇਣਾ ਸ਼ੁਭਤਾ ਨਹੀਂ। ਉਮੀਦ ਕਰਦਾ ਜਿਹੜੇ ਸਮਝਦਾਰ ਲੋਕ ਨੇ, ਚਾਹੇ ਉਹ ਮੇਰੇ ਹਿੰਦੂ ਭਰਾ ਨੇ, ਚਾਹੇ ਉਹ ਮੁਸਲਮਾਨ ਨੇ, ਚਾਹੇ ਸਿੱਖ, ਜੈਨੀ, ਬੋਧੀ, ਜਿਹੜੇ ਸਮਝਦਾਰ ਨੇ ਉਹ ਇਸ ਗੱਲ ਨੂੰ ਇੱਕ ਪੋਜ਼ਿਟਿਵ ਪਰਸਪੈਕਟਿਵ 'ਚ ਲੈਣਗੇ, ਨੈਗੇਟਿਵ 'ਚ ਨਹੀਂ ਲੈਣਗੇ। ਤੇ ਜਿਹੜੇ ਨਾ ਸਮਝ ਨੇ, ਜਿਨ੍ਹਾਂ ਨੇ ਸਹੁੰ ਖਾਧੀ ਆ ਕਿ ਅਸੀਂ ਗਾਲ ਕੱਢਣੀ ਆ, ਆਪਣੀ ਧੀ ਭੈਣ ਨੂੰ ਆਪ ਹੀ ਗਾਲ ਕੱਢਣੀ, ਆਪ ਹੀ ਉਹਨਾਂ ਦੇ ਸਾਹਮਣੇ ਜਦੋਂ ਲਿਖਾਂਗੇ ਤੁਹਾਡੀਆਂ ਧੀਆਂ ਭੈਣਾਂ ਪੜ੍ਹਦੀਆਂ, ਉਹਨਾਂ ਨੂੰ ਖੁੱਲ੍ਹੀ ਆਜ਼ਾਦੀ ਕਿ ਤੁਸੀਂ ਜੋ ਕੁਝ ਮਰਜ਼ੀ ਲਿਖ ਸਕਦੇ ਹੋ। ਔਰ ਫਿਰ ਮੈਂ ਰੀਇਟਰੇਟ ਕਰਦਾ ਕਿ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਜਿਹੜੇ ਤੁਹਾਡੇ ਹਕੂਕ ਨੂੰ ਸਹੀ ਮਾਇਨਿਆਂ ਵਿੱਚ ਡਿਫੈਂਡ ਕਰ ਸਕੇ।